Today we will discuss about Python loops. लूप की ਹੁੰਦੀ है। लूप एक इटरेटिव स्टेटमेंट है जो ਕਿਸੇ ਸੈੱਟ ਜਾਂ ਬਲਾਕ ਆਫ ਸਟੇਟਮੈਂਟਸ ਨੂੰ ਬਾਰ-ਬਾਰ ਰਿਪੀਟ ਕਰਨ ਲਈ ਵਰਤੀ ਜਾਂਦੀ ਹੈ। ਰੈਪੀਟੀਸ਼ਨ ਕਰਦੀ ਹੈ। ਇਟਰੇਟਿਵ ਸਟੇਟਮੈਂਟਸ ਵੀ ਇਹਨਾਂ ਨੂੰ ਅਸੀਂ ਕਹਿ ਸਕਦੇ ਹਾਂ। ਮੰਨ ਲਓ ਕੋਈ ਚੀਜ਼ ਤੁਸੀਂ ਕਈ ਵਾਰ ਕਰਨੀ ਹੈ। ਮੰਨ ਲਓ ਕੋਈ ਹੈਲੋ ਪ੍ਰਿੰਟ ਕਰਨਾ 10 ਵਾਰ 10 ਵਾਰ ਪ੍ਰਿੰਟ ਲਿਖਣ ਦੀ ਬਜਾਏ ਅਸੀਂ ਉਸ ਨੂੰ ਲੂਪ ਦੀ ਮਦਦ ਨਾਲ ਇੱਕ ਪ੍ਰਿੰਟ ਲਿਖ ਕੇ ਰਿਪੀਟ ਕਰਵਾ ਸਕਦੇ ਹਾਂ। 10 ਵਾਰ ਕਰਾ ਲਓ, 100 ਵਾਰ ਕਰਾ ਲਓ, 1000 ਵਾਰ ਕਰਾ ਲਓ, ਕਾਊਂਟਰ ਲੱਗ ਜਾਏਗਾ। ਲੂਪ ਰਿਪੀਟ ਕਰਦੀ ਜਾਏਗੀ ਕੋਈ ਸਟੇਟਮੈਂਟ ਨੂੰ ਬਾਰ-ਬਾਰ ਜਿੰਨੀ ਵਾਰ ਅਸੀਂ ਕਹਾਂ। ਸੋ ਇਹ ਇੱਕ ਤਰ੍ਹਾਂ ਦਾ ਜਨਰਲ ਜੀ ਮੈਂ ਡੈਫੀਨੇਸ਼ਨ ਦੱਸੀ ਹੈ ਵੀ ਲੂਪ ਕਿਸ ਤਰ੍ਹਾਂ ਕੰਮ ਕਰਦੀ ਹੈ ਤੇ ਇਹਦਾ ਪਰਪਸ ਕੀ। ਸਾਡੇ ਕੋਲ ਇੱਥੇ ਦੋ ਤਰ੍ਹਾਂ ਦੀਆਂ ਲੂਪਸ ਨੇ, ਇੱਕ ਹੈ ਵਾਈਲ ਲੂਪ, ਇੱਕ ਹੈ ਫॉर ਲੂਪ। ਵਾਈਲ ਤੇ ਫॉर ਦੋ ਲੂਪਸ। ਵਾਈਲ ਲੂਪ ਦਾ ਜਿਹੜਾ ਪ੍ਰੋਸੈਸ ਹੈ ਉਹ ਉਸੇ ਤਰ੍ਹਾਂ ਦਾ ਜਿਸ ਤਰ੍ਹਾਂ ਮੈਂ ਹੁਣੇ ਦੱਸਿਆ, ਤੇ ਬਾਕੀ ਦੀਆਂ ਲੈਂਗੁਏਜਸ ਦੇ ਵਿੱਚ ਵੀ ਇਹ ਤਕਰੀਬਨ ਇਸੇ ਤਰ੍ਹਾਂ ਕੰਮ ਕਰਦੀ ਹੈ। ਪਰ ਫॉर ਲੂਪ ਦਾ ਫਰਕ ਹੈ। ਪਾਈਥਨ ਦੀ ਫॉर ਲੂਪ ਬਾਕੀ ਲੈਂਗੁਏਜਸ ਦੀ ਫॉर ਲੂਪ ਨਾਲੋਂ ਡਿਫਰੈਂਟ ਹੈ। ਸੋ ਪਾਈਥਨ ਦੀ ਫॉर ਲੂਪ ਜ਼ਰੂਰ ਧਿਆਨ ਨਾਲ ਸਮਝਣੀ ਚਾਹੀਦੀ ਹੈ ਕਿਉਂਕਿ ਇਹ ਡਿਫਰੈਂਟ ਹੈ। Python loop statements allows to repeat the execution of a set of statements again and again based on the conditions specified to be true. ਸਾਡੇ ਕੋਲੇ ਦੋ ਹੋਣਗੀਆਂ, while ਤੇ for। ਆਪਾਂ ਦੋਨਾਂ ਦੀ ਡੈਫੀਨੇਸ਼ਨ ਅਲੱਗ-ਅਲੱਗ ਨੈਕਸਟ ਸਲਾਈਡਸ ਤੇ ਦੇਖਦੇ ਹਾਂ ਕਿਵੇਂ ਇਹ ਕੰਮ ਕਰਦੀਆਂ ਨੇ, ਇਹਨਾਂ ਦਾ ਕੰਡੀਸ਼ਨ ਕਿਵੇਂ ਲੱਗਦੀ ਹੈ। ਫਿਲਹਾਲ ਇਹ ਜਿਹੜੀਆਂ ਲੂਪਸ ਨੇ, ਜਿਸ ਤਰ੍ਹਾਂ ਅਸੀਂ ਇਫ ਨੂੰ ਨੈਸਟਡ ਕਰਦੇ ਹਾਂ ਉਸੇ ਤਰ੍ਹਾਂ ਲੂਪਸ ਨੂੰ ਵੀ ਨੈਸਟਡ ਕੀਤਾ ਜਾ ਸਕਦਾ ਹੈ। ਮਤਲਬ ਲੂਪ ਲੱਗ ਗਈ, ਵਾਈਲ ਉਹਦੇ ਅੰਦਰ ਇੱਕ ਹੋਰ ਵਾਈਲ ਲੂਪ ਲੱਗ ਗਈ, ਉਹ ਨੈਸਟਡ ਲੂਪਸ ਉਹਨਾਂ ਨੂੰ ਅਸੀਂ ਕਹਿੰਦੇ ਹਾਂ। ਜਦੋਂ ਲੂਪ ਦੇ ਅੰਦਰ ਲੂਪ ਲੱਗ ਜਾਵੇ ਤਾਂ ਨੈਸਟਡ ਲੂਪ, ਜਦੋਂ ਇਫ ਦੇ ਅੰਦਰ ਇਫ ਲੱਗ ਜਾਂਦੀ ਹੈ ਤਾਂ ਨੈਸਟਡ ਇਫ। ਵਾਈਲ ਲੂਪ ਦੇ ਅੰਦਰ ਫॉर ਲੂਪ ਵੀ ਲੱਗ ਸਕਦੀ ਹੈ, ਫॉर ਲੂਪ ਦੇ ਅੰਦਰ ਵਾਈਲ ਲੂਪ ਵੀ ਲੱਗ ਸਕਦੀ ਹੈ। ਉਹਦੇ 'ਚ ਕੋਈ ਦਿੱਕਤ ਨਹੀਂ ਹੈ। ਉਹ ਰਿਕੁਆਇਰਮੈਂਟ ਦੇ ਮੁਤਾਬਕ ਅਸੀਂ ਲਗਾ ਸਕਦੇ ਹਾਂ, ਜਿਸ ਤਰ੍ਹਾਂ ਵੀ ਅਸੀਂ ਸਾਡਾ ਲੌਜਿਕ ਹੈ ਜਾਂ ਸੋਲਿਊਸ਼ਨ ਉਸ ਦੇ ਮੁਤਾਬਕ। ਇੰਡੈਂਟੇਸ਼ਨ ਬਹੁਤ ਜ਼ਰੂਰੀ ਹੈ ਸਮਝਣੀ। ਇੰਡੈਂਟੇਸ਼ਨ ਦਾ ਮਤਲਬ ਹੈ ਇੰਡੈਂਟ ਲਗਾ ਕੇ ਲਿਖਣਾ। ਇੰਡੈਂਟ ਮਤਲਬ ਫਰੰਟ ਸਾਈਡ ਤੋਂ ਲਾਈਨ ਦੇ ਸ਼ੁਰੂ ਦੇ ਵਿੱਚ ਇੱਕ ਸਪੇਸ ਛੱਡਣੀ ਹੈ। ਉਹ ਸਪੇਸ ਇੱਕ ਨਹੀਂ, ਮਤਲਬ 8 ਕਰੈਕਟਰ ਦੀ, 7 ਕਰੈਕਟਰ ਦੀ, ਡਿਪੈਂਡਿੰਗ ਅਪੋਨ ਦਾ ਨੀਡ ਸਾਡੇ ਕੋਲੇ ਹੁੰਦੀ ਹੈ। ਅਸੀਂ ਜ਼ਿਆਦਾਤਰ ਟੈਬ ਲਾਉਂਦੇ ਹਾਂ ਤੇ ਟੈਬ ਜ਼ਿਆਦਾਤਰ 8 ਕਰੈਕਟਰਸ ਦਾ ਹੁੰਦਾ, 8 ਕਰੈਕਟਰਸ ਦੀ ਸਪੇਸ ਛੱਡ ਦਿੰਦਾ। ਟੈਬ ਨਾਲ ਇੰਡੈਂਟ ਲੱਗਦਾ ਹੈ, ਇੰਡੈਂਟੇਸ਼ਨ ਹੋ ਜਾਂਦੀ ਹੈ, ਪਿੱਛੇ ਹਟਾ ਕੇ ਲਿਖਿਆ ਜਾਂਦਾ। ਪਾਈਥਨ ਰਿਲਾਈਜ਼ ਔਨ ਇੰਡੈਂਟੇਸ਼ਨ। ਇਹ ਕਿਉਂ ਲਾਇਆ ਜਾਂਦਾ ਹੈ? ਜਿਵੇਂ ਮੰਨ ਲਓ ਅਸੀਂ ਵਾਈਲ ਲੂਪ ਲਾਉਣੀ ਹੈ, ਵਾਈਲ, ਉਸ ਤੋਂ ਬਾਅਦ ਇੱਥੇ ਕੰਡੀਸ਼ਨ ਆਏਗੀ। ਪਾਈਥਨ ਦੇ ਵਿੱਚ ਇੱਥੇ ਕਾਲਨ ਲੱਗਦਾ ਹੈ। ਉਸ ਤੋਂ ਬਾਅਦ ਅਸੀਂ ਸੀ ਲੈਂਗੁਏਜ ਜਾਂ ਬਾਕੀਆਂ 'ਚ ਇੱਥੇ ਬ੍ਰੇਸ ਲਾਉਂਦੇ ਹੁੰਦੇ ਸੀ। ਇੱਦਾਂ ਬ੍ਰੇਸ ਬਲੌਕ ਸ਼ੁਰੂ ਕਰਨ ਲਈ, ਤੇ ਬ੍ਰੇਸ ਹੀ ਲਾਉਂਦੇ ਸੀ ਬਲੌਕ ਬੰਦ ਕਰਨ ਲਈ। ਇਹ ਇੱਥੇ ਨਹੀਂ ਲੱਗਣਗੀਆਂ, ਬ੍ਰੇਸਿਸ ਨਹੀਂ ਲੱਗਣਗੀਆਂ। ਤਾਂ ਬਲੌਕ ਕਿਵੇਂ ਬਣੇਗਾ? ਬਲੌਕ ਬਣੇਗਾ ਇੱਥੋਂ ਸਪੇਸ ਛੱਡੋ, ਸਟੇਟਮੈਂਟ ਇੱਥੇ ਲਿਖੋ। ਅਗਲੀ ਸਟੇਟਮੈਂਟ ਜਿਹੜੀ ਵਾਈਲ ਦੇ ਅੰਦਰ ਲਿਖਣੀ ਹੈ ਉਹ ਵੀ ਸਪੇਸ ਛੱਡੋ, ਫਿਰ ਲਿਖੋ। ਮੂਰੇ ਸਪੇਸ ਛੱਡੋ, ਟੈਬ ਲਗਾ ਕੇ ਸਪੇਸ ਛੱਡੋ ਤਾਂ ਬਰਾਬਰ ਸਪੇਸ ਛੱਡੀ ਜਾਊਗੀ, ਸਟੇਟਮੈਂਟ ਲਿਖੋ। ਇਹ ਜਿਹੜੀਆਂ ਸਟੇਟਮੈਂਟਸ ਪਿੱਛੇ ਹਟਾ ਕੇ ਲਿਖੀਆਂ ਨੇ, ਆਪਾਂ ਇਹਨਾਂ ਨੂੰ ਕਹਾਂਗੇ ਇੰਡੈਂਟਡ ਸਟੇਟਮੈਂਟਸ। ਮਤਲਬ ਇੰਡੈਂਟੇਸ਼ਨ ਕੀਤੀ ਹੈ, ਲੂਪ ਦੇ ਅੰਡਰ ਕੰਟਰੋਲ ਸਟੇਟਮੈਂਟਸ ਨੂੰ ਪਿੱਛੇ ਹਟਾ ਕੇ ਲਿਖਿਆ ਹੈ। ਇਹ ਵਾਈਲ ਲੂਪ ਦੇ ਅੰਡਰ ਕੰਟਰੋਲ ਸਟੇਟਮੈਂਟਸ ਬਣੀਆਂ ਜਾਣਗੀਆਂ ਜਿਹੜੀਆਂ ਪਿੱਛੇ ਹਟਾ ਕੇ ਲਿਖੀਆਂ ਜਾਣਗੀਆਂ। ਇਸ ਚੀਜ਼ ਨੂੰ ਇੰਡੈਂਟੇਸ਼ਨ ਅਸੀਂ ਕਹਿੰਦੇ। ਵਾਈਲ ਲੂਪ, ਵਾਈਲ ਲੂਪ ਦੇ ਬਾਰੇ ਆਪਾਂ ਪਹਿਲਾਂ ਡਿਸਕਸ ਕਰ ਲਈਏ, ਫॉर ਲੂਪ ਦੇ ਬਾਰੇ ਅਸੀਂ ਬਾਅਦ ਦੇ ਵਿੱਚ ਡਿਸਕਸ ਕਰਾਂਗੇ। ਵਾਈਲ ਲੂਪ ਉਸੇ ਤਰ੍ਹਾਂ ਆ ਜਿਸ ਤਰ੍ਹਾਂ ਅਸੀਂ ਦੂਜੀਆਂ ਲੈਂਗੁਏਜ ਦੇ ਵਿੱਚ ਪੜ੍ਹਦੇ ਆਏ ਹਾਂ। ਰਿਪੀਟ ਕਰੇਗੀ, ਕੰਡੀਸ਼ਨ ਦਿੱਤੀ ਹੋਏਗੀ। With while loop we can execute a set of statements as long as the condition is true. ਇੱਥੇ ਕਾਊਂਟਰ ਅਸੀਂ 1 ਤੋਂ ਸ਼ੁਰੂ ਕਰ ਲਿਆ, I is equal to 1। ਜਿੰਨਾ ਚਿਰ ਤੱਕ while I is less than 6 ਉਹਨਾਂ ਚਿਰ ਤੱਕ ਇਹ ਲੂਪ ਚੱਲਦੀ ਰਹੇਗੀ। ਅੱਗੇ ਆਪਾਂ ਕਾਲਨ ਪਾਇਆ, ਇਹ ਇਹਦਾ ਸਿੰਟੈਕਸ ਹੈ ਪਾਈਥਨ ਦੇ ਵਿੱਚ while loop ਲਾਉਣ ਦਾ ਸਿੰਟੈਕਸ ਵੀ। ਇਸ ਤੋਂ ਬਾਅਦ ਦੀਆਂ ਜਿਹੜੀਆਂ ਸਟੇਟਮੈਂਟਸ ਪਿੱਛੇ ਹਟਾ ਕੇ ਲਿਖੀਆਂ ਜਾਣਗੀਆਂ ਉਹ while loop ਦੇ ਬਲੌਕ ਦਾ ਹਿੱਸਾ ਨੇ। ਆ ਦੇਖੋ ਇੱਥੇ ਦੋ ਸਟੇਟਮੈਂਟਸ ਲਿਖੀਆਂ ਨੇ, ਦੋਨੇ ਮੂਹਰੇ ਸਪੇਸ ਛੱਡ ਕੇ ਲਿਖੀਆਂ ਨੇ। ਇੰਨੀ ਸਪੇਸ ਇੱਥੇ ਛੱਡੀ ਹੈ, ਇੰਨੀ ਇੱਥੇ ਛੱਡੀ ਹੈ। ਇਹ ਦੋਨੋਂ ਇੱਕ ਤਰ੍ਹਾਂ ਨਾਲ
ਸੇਮ ਲਾਈਨ ਦੇ ਵਿੱਚ ਨੇ, ਸੇਮ ਕਾਲਮ ਦੇ ਵਿੱਚ ਆਪਾਂ ਪਿੱਛੇ ਹਟਾ ਕੇ ਲਿਖੀਆਂ ਨੇ। ਇਹ ਬਲੌਕ ਬਣ ਗਿਆ ਵਾਈਲ ਲੂਪ ਦਾ। ਹੁਣ ਇਹ ਐਗਜ਼ੀਕਿਊਟ ਕਿਵੇਂ ਹੋਏਗੀ? ਆਈ ਦੀ ਵੈਲਿਊ ਪਹਿਲਾਂ ਦੇਖੋ 1 ਹੈ। ਜਦੋਂ ਆਈ ਦੀ ਵੈਲਿਊ 1 ਹੈ ਤਾਂ ਕੰਡੀਸ਼ਨ ਚੈੱਕ ਹੋਏਗੀ ਆਈ ਲੈਸ ਦੈਨ 6 ਹੈ। ਕੰਡੀਸ਼ਨ ਟਰੂ ਹੈ ਤਾਂ ਪ੍ਰਿੰਟ ਹੋ ਜਾਏਗਾ, ਪ੍ਰਿੰਟ ਹੋ ਗਿਆ 1। ਉਸੇ ਤਰ੍ਹਾਂ ਨਾਲ ਫਿਰ ਆਈ ਦੀ ਵੈਲਿਊ 2 ਹੋ ਜਾਏਗੀ। ਆਹ ਸਟੇਟਮੈਂਟ ਆਈ ਨੂੰ ਵਧਾ ਰਹੀ ਹੈ, ਆਹ ਆਈ ਨੂੰ ਪ੍ਰਿੰਟ ਕਰ ਰਹੀ ਹੈ। ਆਈ ਵਧੇਗੀ ਤਾਂ ਆਈ 2 ਬਣ ਗਈ, 2 ਬਣ ਗਈ, ਕੰਡੀਸ਼ਨ ਅਜੇ ਸਹੀ ਹੈ, ਪ੍ਰਿੰਟ ਹੋ ਜਾਏਗਾ, 2 ਪ੍ਰਿੰਟ ਹੋ ਗਿਆ। ਫਿਰ ਆਈ 1 ਵੱਧ ਗਈ, 3 ਬਣ ਗਈ। ਇਸ ਤੋਂ ਬਾਅਦ ਉੱਪਰ ਜਾਣਾ, ਕੰਡੀਸ਼ਨ ਚੈੱਕ ਹੋਣੀ ਹੈ, 6 ਤੋਂ ਘੱਟ ਹੈ, ਕੰਡੀਸ਼ਨ ਟਰੂ ਹੈ, ਪ੍ਰਿੰਟ ਹੋ ਗਿਆ, ਆਈ 3 ਪ੍ਰਿੰਟ ਹੋ ਗਈ। ਫਿਰ ਆਈ 1 ਵੱਧ ਗਈ, ਆਈ 4 ਬਣ ਗਈ। ਫਿਰ ਇਸ ਤੋਂ ਬਾਅਦ ਕੰਡੀਸ਼ਨ ਚੈੱਕ ਹੋਣੀ ਹੈ, 4 6 ਤੋਂ ਲੈਸ ਹੈ, ਕੰਡੀਸ਼ਨ ਟਰੂ ਹੈ, ਪ੍ਰਿੰਟ ਹੋ ਗਿਆ, ਆਈ 4 ਪ੍ਰਿੰਟ ਹੋ ਗਈ। ਫਿਰ ਆਈ 1 ਵੱਧ ਗਈ, ਆਈ 5 ਬਣ ਗਈ। ਦੁਬਾਰਾ ਕੰਡੀਸ਼ਨ ਚੈੱਕ ਹੋਣੀ ਹੈ, ਆਈ ਲੈਸ ਦੈਨ 6 ਹੈ, ਇਸ ਕਰਕੇ ਪ੍ਰਿੰਟ ਹੋ ਗਿਆ, 5 ਪ੍ਰਿੰਟ ਹੋ ਗਿਆ। ਆਈ 6 ਬਣ ਗਈ, 6 ਤੋਂ ਬਾਅਦ ਫਿਰ ਕੰਡੀਸ਼ਨ ਚੈੱਕ ਹੋਣੀ ਹੈ, ਆਈ ਲੈਸ ਦੈਨ 6 ਨਹੀਂ ਹੈ, ਕੰਡੀਸ਼ਨ ਫਾਲਸ ਹੋ ਗਈ, ਲੂਪ ਰੁਕ ਗਈ। ਜੋ ਰੈਪੀਟੀਸ਼ਨ ਸੀ ਉਹਨਾਂ ਚਿਰ ਚੱਲੀ ਜਿੰਨਾ ਚਿਰ ਤੱਕ ਕੰਡੀਸ਼ਨ ਟਰੂ ਹੈ, ਉਹਨਾਂ ਚਿਰ ਤੱਕ ਇਹ ਦੋਨੋਂ ਸਟੇਟਮੈਂਟਸ ਰਿਪੀਟ ਹੁੰਦੀਆਂ ਗਈਆਂ ਤੇ ਨੀਚੇ ਆਊਟਪੁੱਟ ਸਾਡੇ ਕੋਲ ਆ ਦਿਖ ਰਹੀ। ਫॉर ਲੂਪ, ਫॉर ਲੂਪ ਦਾ ਕੰਮ ਡਿਫਰੈਂਟ ਹੈ ਬਾਕੀ ਦੀਆਂ ਲੈਂਗੁਏजेस ਦੇ ਵਿੱਚ ਜਿਹੜੀ ਫॉर ਲੂਪ ਯੂਜ਼ ਹੁੰਦੀ ਹੈ ਉਹਨਾਂ ਨਾਲ। ਫॉर ਦੇ ਨਾਲ ਅਸੀਂ ਜ਼ਿਆਦਾਤਰ ਇਨ ਯੂਜ਼ ਕਰਦੇ ਹਾਂ ਤੇ ਅਸੀਂ ਇਸ ਨੂੰ ਕਿਸੇ ਲਿਸਟ, ਡਿਕਸ਼ਨਰੀ, ਕਪਲ, ਸੈੱਟ ਜਾਂ ਸਟਰਿੰਗ ਦੇ ਉੱਤੇ ਲਾਉਨੇ ਆ ਉਹਦੇ ਮੈਂਬਰਸ ਨੂੰ ਐਕਸੈਸ ਕਰਨ ਦੇ ਲਈ 1 ਬਾਏ 1। ਹੁਣ ਇਹ ਕੀ ਹੁੰਦੀਆਂ ਨੇ ਲਿਸਟ, ਕਪਲ, ਡਿਕਸ਼ਨਰੀ, ਸੈੱਟ ਜਾਂ ਸਟਰਿੰਗ, ਉਹ ਡਿਫਰੈਂਟ ਲੈਕਚਰ ਦੇ ਵਿੱਚ ਆਪਾਂ ਡਿਟੇਲ 'ਚ ਡਿਸਕਸ ਕਰਾਂਗੇ। ਫਿਲਹਾਲ ਲਿਸਟ ਦੇ ਬਾਰੇ ਮੈਂ ਦੱਸ ਸਕਦਾ ਕਿ ਲਿਸਟ ਇੱਕ ਐਰੇ ਦੀ ਤਰ੍ਹਾਂ ਹੈ, ਜਿਵੇਂ ਬਾਕੀ ਲੈਂਗੁਏਜ 'ਚ ਅਸੀਂ ਕਹਿੰਦੇ ਐਰੇ, ਉਹ ਐਰੇ ਦੀ ਤਰ੍ਹਾਂ। ਹਾਲਾਂਕਿ ਫਰਕ ਬਹੁਤ ਹੈ, ਪਰ ਬਿਗਨਿੰਗ ਦੇ ਲਈ ਅਗਰ ਮੈਂ ਤੁਹਾਨੂੰ ਸਮਝਾਵਾਂ ਸ਼ੁਰੂ ਕਰਨ ਦੇ ਲਈ ਤਾਂ ਤੁਸੀਂ ਸਮਝੋ ਕਿ ਲਿਸਟ ਇੱਕ ਐਰੇ ਦੀ ਤਰ੍ਹਾਂ, ਜਿਸ ਦੇ ਵਿੱਚ ਐਲੀਮੈਂਟਸ ਨੇ ਤੇ ਉਹਨਾਂ ਦੀ ਇੱਕ ਗਿਣਤੀ ਹੈ। ਜਿਵੇਂ ਹੁਣ ਇੱਥੇ ਮੰਨ ਲਓ ਆ ਫਰੂਟਸ ਨਾਂ ਦੀ ਲਿਸਟ ਹੈ, ਇਸ ਦੇ ਵਿੱਚ ਐਪਲ, ਬਨਾਨਾ, ਚੈਰੀ 3 ਐਲੀਮੈਂਟ ਨੇ। ਇਹ ਉਸੇ ਤਰ੍ਹਾਂ ਨੇ, ਦੇਖੋ ਜਿਵੇਂ ਆਪਾਂ ਐਰੇ ਬਣਾਉਂਦੇ ਹੁੰਦੇ ਸੀ। ਸਿੰਟੈਕਸ ਦਾ ਡਿਫਰੈਂਟ ਹੈ, ਬਿਹੇਵੀਅਰ ਵੀ ਡਿਫਰੈਂਟ ਹੈ, ਇਹਦਾ ਕੰਮ ਕਰਨ ਦਾ ਤਰੀਕਾ ਵੀ ਡਿਫਰੈਂਟ ਹੈ, ਪਰ ਓਵਰਆਲ ਜਿਹੜੀ ਲੁੱਕ ਹੈ ਇਸ ਦੀ ਉਹ ਐਰੇ ਦੀ ਤਰ੍ਹਾਂ, ਜਿਵੇਂ ਐਰੇ 'ਚ 3 ਐਲੀਮੈਂਟ ਸਟੋਰ ਕਰੇ। ਸੋ ਇਹਨਾਂ ਨੂੰ ਅਸੀਂ ਐਕਸੈਸ ਕਰਨਾ ਤਾਂ ਅਸੀਂ ਲੂਪ ਦੀ ਮਦਦ ਨਾਲ, ਫॉर ਲੂਪ ਦੀ ਮਦਦ ਨਾਲ, ਫॉर ਐਕਸੈਸ ਕੋਈ ਵੇਰੀਏਬਲ, ਇਨ ਇਹ ਫॉर ਲੂਪ ਦਾ ਨਾਲ ਯੂਜ਼ ਹੋਣ ਵਾਲਾ ਇੱਕ ਵਰਡ ਹੈ, ਕੀਵਰਡ ਹੈ, ਰਿਜ਼ਰਵਡ ਵਰਡ, ਫਰੂਟਸ। ਫॉर ਐਕਸ ਇਨ ਫਰੂਟਸ, ਫਰੂਟਸ ਕੀ ਹੈ? ਲਿਸਟ। ਵੀ ਜਿੰਨਾ ਚਿਰ ਤੱਕ ਫਰੂਟਸ ਦੇ ਵਿੱਚ ਐਕਸ ਹੈ, ਐਕਸ ਕੀ ਹੈ? ਐਕਸ ਕੋਈ ਵੇਰੀਏਬਲ ਹੈ ਜਿਸ ਦੇ ਵਿੱਚ ਇੱਕ ਇੱਕ ਐਲੀਮੈਂਟ ਆਉਂਦਾ ਜਾਏਗਾ। ਸਭ ਤੋਂ ਪਹਿਲਾਂ ਫਰੂਟਸ ਦੇ ਵਿੱਚੋਂ ਪਹਿਲਾ ਐਲੀਮੈਂਟ ਐਕਸ ਦੇ ਵਿੱਚ ਫੈਚ ਹੋਏਗਾ ਤੇ ਉਹ ਪ੍ਰਿੰਟ ਹੋ ਜਾਏਗਾ। ਪਹਿਲਾ ਐਲੀਮੈਂਟ ਕੀ ਹੈ? ਐਪਲ। ਐਪਲ ਫੈਚ ਹੋਇਆ ਐਕਸ ਦੇ ਵਿੱਚ ਤੇ ਪ੍ਰਿੰਟ ਹੋ ਗਿਆ, ਤਾਂ ਇਹਦਾ ਮਤਲਬ ਐਪਲ ਪ੍ਰਿੰਟ ਹੋ ਗਿਆ। ਫਿਰ ਉਸੇ ਤਰ੍ਹਾਂ ਲੂਪ ਨੇ ਰਿਪੀਟ ਹੋਈ ਜਾਣਾ ਜਿੰਨਾ ਚਿਰ ਤੱਕ ਫਰੂਟਸ ਦੇ ਵਿੱਚ ਐਲੀਮੈਂਟ ਅਵੇਲੇਬਲ ਨੇ। ਅਜੇ ਅਵੇਲੇਬਲ ਹੈ ਬਨਾਨਾ, ਬਨਾਨਾ ਫੈਚ ਹੋ ਗਿਆ ਐਕਸ 'ਚ, ਬਨਾਨਾ ਪ੍ਰਿੰਟ ਹੋ ਗਿਆ। ਅਜੇ ਵੀ ਅਵੇਲੇਬਲ ਹੈ ਚੈਰੀ, ਚੈਰੀ ਫੈਚ ਹੋ ਗਿਆ ਐਕਸ 'ਚ, ਚੈਰੀ ਵੀ ਪ੍ਰਿੰਟ ਹੋ ਗਿਆ। ਉਸ ਤੋਂ ਬਾਅਦ ਖਤਮ ਹੋ ਗਈ ਲਿਸਟ, ਲੂਪ ਬੰਦ ਹੋ ਗਈ। ਆਪੇ ਲੂਪ ਬੰਦ ਹੋ ਜਾਂਦੀ ਹੈ, ਆਪੇ ਇਹ ਡਿਟੈਕਟ ਕਰ ਲੈਂਦੀ ਹੈ ਕਿ ਐਂਡ ਹੋ ਗਿਆ ਲਿਸਟ ਦਾ। ਸ਼ੁਰੂ ਤੋਂ ਐਂਡ ਤੱਕ ਕੋਈ ਇਨਕਰੀਮੈਂਟ ਨਹੀਂ ਲਾਉਣਾ, ਇਹਨੇ ਆਪਣੇ ਆਪ ਨੈਕਸਟ ਐਲੀਮੈਂਟ ਤੇ ਜਾਈ ਜਾਣਾ ਤੇ ਐਕਸੈਸ ਕਰਕੇ ਤੁਸੀਂ ਜੋ ਪ੍ਰਿੰਟ ਕਰਨਾ ਪ੍ਰਿੰਟ ਕਰ ਲਓ, ਜਾਂ ਉਹਦੇ ਤੇ ਕੋਈ ਕੈਲਕੂਲੇਸ਼ਨ ਕਰਨੀ ਹੈ ਤਾਂ ਕੈਲਕੂਲੇਸ਼ਨ ਵੀ ਹੋ ਸਕਦੀ ਹੈ। ਸੋ ਇਹ ਅਲੱਗ-ਅਲੱਗ ਚੀਜ਼ਾਂ ਨਾਲ ਲੱਗਦਾ। ਇੱਥੇ ਮੈਂ ਲਿਸਟ ਦੀ ਐਗਜ਼ਾਮਪਲ ਦਿੱਤੀ ਹੈ, ਇਹ ਸਟਰਿੰਗ ਤੇ ਵੀ ਲੱਗ ਸਕਦਾ ਹੈ। ਦੂਸਰੀ ਐਗਜ਼ਾਮਪਲ ਮੈਂ ਸਟਰਿੰਗ ਦੀ ਦਿੱਤੀ ਹੈ। ਸਟਰਿੰਗ ਕਿਉਂਕਿ ਤੁਸੀਂ ਜਾਣਦੇ ਹੋ ਸਟਰਿੰਗ ਇਜ਼ ਏ ਗਰੁੱਪ ਆਫ ਲੈਟਰਸ ਔਰ ਕਰੈਕਟਰਸ ਇਨਕਲੋਜ਼ਡ ਇਨ ਡਬਲ ਕੋਟਸ। ਸੋ ਇਹਦੇ ਵਿੱਚ ਐਲੀਮੈਂਟ ਕੀ ਮੰਨੇ ਜਾਣਗੇ? ਸਿੰਗਲ ਕਰੈਕਟਰ ਨੂੰ ਅਸੀਂ ਐਲੀਮੈਂਟ ਮੰਨਾਂਗੇ। ਸੋ ਇੱਥੇ ਬੀ ਐਕਸ 'ਚ ਫੈਚ ਹੋ ਜਾਏਗਾ, ਪ੍ਰਿੰਟ ਹੋ ਜਾਏਗਾ। ਫਿਰ ਏ ਐਕਸ 'ਚ ਫੈਚ ਹੋ ਜਾਏਗਾ, ਏ ਪ੍ਰਿੰਟ ਹੋ ਜਾਏਗਾ। ਫਿਰ ਐਨ ਐਕਸ 'ਚ ਫੈਚ ਹੋ ਜਾਏਗਾ, ਐਨ ਪ੍ਰਿੰਟ ਹੋ ਜਾਏਗਾ। ਫਿਰ ਏ ਐਕਸ 'ਚ ਫੈਚ ਹੋ ਜਾਏਗਾ, ਏ ਪ੍ਰਿੰਟ ਹੋ ਜਾਏਗਾ। ਫਿਰ ਐਨ ਪ੍ਰਿੰਟ ਹੋਏਗਾ ਫੈਚ ਹੋ ਕੇ, ਐਂਡ ਫਿਰ ਲਾਸਟ ਦੇ ਵਿੱਚ ਜੋ ਏ ਹੈ ਉਹ ਫੈਚ ਹੋਇਆ, ਉਹ ਪ੍ਰਿੰਟ ਹੋ ਗਿਆ। ਸੋ ਇੱਥੇ ਕਰੈਕਟਰਸ ਨੂੰ ਐਲੀਮੈਂਟ ਦੇ ਤੌਰ ਤੇ ਇਹ ਕੰਸੀਡਰ ਕਰਨ ਲੱਗ ਜਾਂਦੀ। ਬੜੀ ਡਾਇਨਾਮਿਕ ਕਿਸਮ ਦੀ ਲੂਪ ਹੈ, ਇਹਨੂੰ ਅਸੀਂ ਕਿਵੇਂ ਲਾ ਸਕਦੇ ਹਾਂ ਮੈਂ ਤੁਹਾਨੂੰ ਦੱਸ ਦਿੱਤਾ। ਫॉर ਲੂਪ ਇਜ਼ ਯੂਜ਼ਡ ਫॉर ਇਟਰੇਟਿੰਗ ਓਵਰ ਏ ਸੀਕੁਐਂਸ। ਇਹਨਾਂ ਨੂੰ ਸੀਕੁਐਂਸਿਸ ਕਹਿੰਦੇ ਆ ਬਿਕੋਜ਼ ਦੇ ਆਰ ਏ collection of elements in some sequence।
ਇਹਨਾਂ ਦੇ ਵਿੱਚ ਲਿਸਟ ਆ ਜਾਂਦੀ ਹੈ। ਇੱਥੇ ਵਰਡ TUPLE ਲਿਖਿਆ, ਟਪਲ ਕਹਿ ਸਕਦੇ ਹੋ, ਜ਼ਿਆਦਾਤਰ ਲੋਕ ਟਪਲ ਕਹਿੰਦੇ ਨੇ, ਪਰ ਕਈ ਵਾਰ ਇਹਨੂੰ ਕਪਲ ਕਿਹਾ ਜਾਂਦਾ ਹੈ। ਇਹ ਡਾਟਾਬੇਸਿਸ ਦੀ ਲੈਂਗੁਏਜ ਦੇ ਵਿੱਚ ਕਪਲ ਪ੍ਰੋਨਾਊਂਸ ਕੀਤਾ ਜਾਂਦਾ ਹੈ। ਇਹ ਡਿਕਸ਼ਨਰੀ, ਇਹ ਸੈੱਟ ਔਰ ਸਟਰਿੰਗ ਯੂਜ਼ ਕਰ ਲਈ, ਲਿਸਟ ਯੂਜ਼ ਕਰ ਲਈ। ਕਪਲ ਅਤੇ ਡਿਕਸ਼ਨਰੀ ਸੈੱਟ ਵਗੈਰਾ ਡਿਫਰੈਂਟ ਲੈਕਚਰ 'ਚ ਡਿਸਕਸ ਕਰ ਲਾਂਗੇ। ਵਿਦ ਦਾ ਫॉर ਲੂਪ we can execute a set of statements, one for each item in the list, couple, set, etc. ਮਤਲਬ ਕੱਲੀ ਆਈਟਮ ਜਿਹੜੀ ਇਹਨਾਂ ਦੇ ਵਿੱਚ ਹੋਏਗੀ ਉਹਨੂੰ ਇਹ ਐਕਸੈਸ ਕਰਨ ਦੇ ਲਈ ਲੂਪ ਵਰਤੀ ਜਾ ਸਕਦੀ ਹੈ। ਬ੍ਰੇਕ ਸਟੇਟਮੈਂਟ, ਲੂਪ ਨੂੰ ਇਨ ਬੈਟਵੀਨ ਬ੍ਰੇਕ ਕਰਨ ਦੇ ਲਈ। ਲੂਪ ਨਾਰਮਲੀ ਐਗਜ਼ਿਟ ਹੁੰਦੀ ਹੈ ਆਪਣੀਆਂ ਰੋਟੇਸ਼ਨਸ ਪੂਰੀਆਂ ਕਰਕੇ। ਜਿਵੇਂ ਆ ਪਹਿਲਾਂ ਵਾਲੀ ਲੂਪ ਦੀ ਰੈਫਰੈਂਸ ਦੁਬਾਰਾ ਦੇ ਰਹੇ ਹਾਂ, 1 ਤੋਂ ਲੈ ਕੇ 6 ਤੱਕ ਆਪਾਂ ਲਾਈ ਸੀ, ਲੈਸ ਦੈਨ 6 ਤੱਕ ਮੀਨਸ 5 ਵਾਰ ਚੱਲਦੀ ਸੀ, 1 ਤੋਂ 5 ਤੱਕ ਜਾਂਦੀ ਸੀ, 5 ਰੋਟੇਸ਼ਨਸ ਪੂਰੀਆਂ ਕਰਦੀ ਸੀ, ਪ੍ਰਿੰਟ ਕਰਦੀ ਜਾਂਦੀ ਸੀ। ਪਰ ਹੁਣ ਇਸ ਦੇ ਵਿੱਚ ਮੈਂ ਆ ਇੱਕ ਚੀਜ਼ ਐਡ ਕਰ ਦਿੱਤੀ ਹੈ, ਬ੍ਰੇਕ ਸਟੇਟਮੈਂਟ ਲਾਈ ਹੈ ਕੰਡੀਸ਼ਨ ਤੇ। ਜੇ ਮੈਂ ਬਿਨਾਂ ਕੰਡੀਸ਼ਨ ਤੋਂ ਲਾਵਾਂ ਫਿਰ ਪਹਿਲੀ ਵਾਰੀ ਉਹ ਬ੍ਰੇਕ ਹੋ ਜਾਣਾ। ਸੋ ਮੈਂ ਲਾਈ ਹੈ ਕੰਡੀਸ਼ਨ ਕਿ ਜੇ i ਦੀ ਵੈਲਿਊ 3 ਹੈ ਤਾਂ ਬ੍ਰੇਕ ਹੋ ਜਾਵੇ। ਜੇ i ਦੀ ਵੈਲਿਊ 3 ਹੈ ਤਾਂ ਬ੍ਰੇਕ ਹੋਵੇ, ਮਤਲਬ ਕਿ i 1 ਹੋਏਗੀ ਨਹੀਂ ਬ੍ਰੇਕ ਹੋਏਗਾ, i 2 ਹੋਏਗੀ ਨਹੀਂ ਬ੍ਰੇਕ ਹੋਏਗਾ, i 3 ਹੋਏਗਾ ਤਾਂ ਬ੍ਰੇਕ ਹੋ ਜਾਏ। ਜੇ ਬ੍ਰੇਕ ਹੋ ਗਈ ਤਾਂ ਉਦੋਂ ਬਾਅਦ ਲੂਪ ਨਹੀਂ ਚੱਲੇਗੀ, ਲੂਪ ਰੁਕ ਜਾਏਗੀ। ਵੈਸੇ ਤਾਂ ਲੂਪ 5 ਤੇ ਜਾ ਕੇ ਰੁਕਣੀ ਸੀ, ਪਰ ਹੁਣ 3 ਤੇ ਰੁਕ ਗਈ ਕਿਉਂਕਿ ਅਸੀਂ ਬ੍ਰੇਕ ਕਰਤੀ। ਨੀਚੇ ਆਊਟਪੁੱਟ ਦੇਖੋ ਤੁਸੀਂ, 1 2 3 ਤੱਕ ਹੀ ਆਈ ਹੈ, ਪਹਿਲਾਂ ਇਹ ਲੂਪ 5 ਤੱਕ ਗਈ ਕਿਉਂਕਿ ਅਸੀਂ 3 ਤੇ ਬ੍ਰੇਕ ਕਰਤੀ। 3 ਪ੍ਰਿੰਟ ਹੋਇਆ, ਪ੍ਰਿੰਟ ਹੋਣ ਤੋਂ ਬਾਅਦ ਅਸੀਂ ਬ੍ਰੇਕ ਕੀਤੀ ਹੈ। ਇੱਕ ਗੱਲ ਹੋਰ ਨੋਟ ਕਰਨ ਵਾਲੀ ਹੈ, ਵਾਈਲ ਲੂਪ ਦੇ ਅੰਡਰ ਕੰਟਰੋਲ ਸਟੇਟਮੈਂਟਸ ਸਾਰੀਆਂ ਪਿੱਛੇ ਹਟਾ ਕੇ ਲਿਖੀਆਂ ਗਈਆਂ ਨੇ। ਆ ਅੰਡਰ ਕੰਟਰੋਲ ਹੈ, ਇਫ ਵੀ ਇਹਦੇ ਅੰਡਰ ਕੰਟਰੋਲ ਹੈ, ਆਹ ਵਾਲੀ ਇਨਕਰੀਮੈਂਟ ਵਾਲੀ ਵੀ ਇਹਦੇ ਅੰਡਰ ਕੰਟਰੋਲ ਹੈ। ਜਿਹੜੀ ਆ ਬ੍ਰੇਕ ਹੈ ਇਹ ਇਫ ਦੇ ਅੰਡਰ ਕੰਟਰੋਲ ਹੈ, ਇਸ ਕਰਕੇ ਇਫ ਤੋਂ ਪਿੱਛੇ ਹਟਾ ਕੇ ਲਿਖੀ ਗਈ ਹੈ। ਇੰਡੈਂਟੇਸ਼ਨ ਬਹੁਤ ਇੰਪੋਰਟੈਂਟ ਹੈ, ਕਿਹੜੀ ਚੀਜ਼ ਕਿਹਦੇ ਅੰਡਰ ਕੰਟਰੋਲ ਹੈ ਉਸ ਤੋਂ ਪਿੱਛੇ ਹਟਾ ਕੇ ਲਿਖਣੀ ਹੈ। ਕੰਟੀਨਿਊ ਸਟੇਟਮੈਂਟ, with the continue statement we can stop the current iteration and continue with the next। ਇਹ ਬ੍ਰੇਕ ਤੋਂ ਥੋੜੀ ਡਿਫਰੈਂਟ ਹੈ। ਬ੍ਰੇਕ ਤਾਂ ਲੂਪ ਨੂੰ ਹੀ ਰੋਕ ਦਿੰਦੀ ਹੈ, ਇਹ ਜਿਹੜੀ ਕਰੰਟ ਇਟਰੇਸ਼ਨ ਚੱਲ ਰਹੀ ਹੈ, ਕਰੰਟ ਰਾਊਂਡ ਚੱਲ ਰਿਹਾ ਲੂਪ ਦਾ, ਜਿਹੜੀ ਰੈਪੀਟੀਸ਼ਨ ਉਹ ਕਰੰਟ ਕਰ ਰਹੀ ਹੈ ਉਸ ਨੂੰ ਸਕਿਪ ਕਰ ਦੇਗੀ, ਉਸ ਤੋਂ ਪਿੱਛੇ ਵਾਲੀਆਂ ਸਟੇਟਮੈਂਟਸ ਨੂੰ ਸਕਿਪ ਕਰਵਾ ਦੇਗੀ। ਆ ਦੇਖੋ i 1 ਤੋਂ ਸ਼ੁਰੂ ਹੋਈ ਹੈ, 0 ਤੋਂ ਸ਼ੁਰੂ ਹੋਈ ਹੈ, ਇੱਥੇ 1 ਤੋਂ ਨਹੀਂ, ਠੀਕ ਹੈ, i 0 ਤੋਂ ਸ਼ੁਰੂ ਕੀਤੀ ਹੈ, ਵਾਈਲ ਲੂਪ ਲਾਈ ਹੈ i ਲੈਸ ਦੈਨ 6 ਤੱਕ। ਉਸ ਤੋਂ ਬਾਅਦ i ਦੇ ਵਿੱਚ ਇੱਕ ਇਨਕਰੀਜ਼ ਕਰ ਦਿੱਤਾ ਮੈਂ, i 1 ਹੋ ਗਈ, ਇੱਥੇ ਆ ਕੇ 1 ਹੋਈ ਹੈ, ਉੱਪਰ 0 ਸੀ, ਪਰ ਲੂਪ 'ਚ ਐਂਟਰੀ ਹੋਣ ਤੋਂ ਬਾਅਦ i ਦੀ ਵੈਲਿਊ 1 ਹੋ ਗਈ ਤਾਂ 1 ਪ੍ਰਿੰਟ ਹੋ ਜਾਏਗਾ ਕਿਉਂਕਿ i ਦੀ ਆ ਚੱਲੇਗੀ ਨਹੀਂ, ਆ ਚੀਜ਼ ਨਹੀਂ ਚੱਲੇਗੀ ਕਿਉਂਕਿ i ਦੀ ਵੈਲਿਊ 3 ਨਹੀਂ ਹੈ, ਇਸ ਕਰਕੇ ਨਹੀਂ ਚੱਲੇਗੀ। तो i ਦੀ ਵੈਲਿਊ 1 ਪ੍ਰਿੰਟ ਹੋ ਜਾਏਗੀ, ਇਹਦੇ ਕਰਕੇ 1 ਪ੍ਰਿੰਟ ਹੋ ਗਿਆ। ਫਿਰ i ਦੀ ਵੈਲਿਊ 2 ਹੋ ਜਾਣੀ ਹੈ, ਇਨਕਰੀਜ਼ ਹੋ ਕੇ 2 ਪ੍ਰਿੰਟ ਹੋ ਜਾਣਾ ਹੈ। ਫਿਰ i ਦੀ ਵੈਲਿਊ 3 ਹੋ ਜਾਣੀ ਹੈ, ਜਦੋਂ 3 ਹੋਣੀ ਹੈ ਤਾਂ 3 ਤੇ ਕਹਿੰਦਾ ਕੰਟੀਨਿਊ। ਜਦੋਂ i ਦੀ ਵੈਲਿਊ 3 ਹੋਈ ਤਾਂ ਕੰਟੀਨਿਊ, ਕੰਟੀਨਿਊ ਮੀਨਸ ਇਸ ਤੋਂ ਬਾਅਦ ਜਿੰਨੀਆਂ ਵੀ ਸਟੇਟਮੈਂਟਸ ਨੇ, ਸਾਡੇ ਕੋਲ ਤਾਂ ਇੱਕੋ ਹੀ ਹੈ, ਜਿੰਨੀਆਂ ਵੀ ਹੁੰਦੀਆਂ ਉਹ ਸਾਰੀਆਂ ਸਕਿਪ ਹੋ ਜਾਣੀਆਂ ਸੀ ਤੇ ਕੰਟੀਨਿਊ ਤੋਂ ਹੀ ਲੂਪ ਨੇ ਵਾਪਸ ਮੁੜ ਜਾਣਾ ਸੀ। ਪਹਿਲਾਂ ਤਾਂ ਪ੍ਰਿੰਟ ਕਰਨ ਤੋਂ ਬਾਅਦ ਮੁੜਦੀ ਸੀ ਲੂਪ, ਐਂਡ ਤੱਕ ਜਾ ਕੇ ਮੁੜਦੀ ਸੀ ਲੂਪ, ਪਰ ਕੰਟੀਨਿਊ ਜਦੋਂ ਵੀ ਆਉਂਦਾ ਹੈ ਕੰਟੀਨਿਊ ਤੋਂ ਲੂਪ ਵਾਪਸ ਮੁੜ ਜਾਂਦੀ ਹੈ ਜਿਹੜੀਆਂ ਨੀਚੇ ਰਹਿੰਦੀਆਂ ਸਟੇਟਮੈਂਟਸ ਨੇ ਉਹਨਾਂ ਨੂੰ ਉਸੇ ਤਰ੍ਹਾਂ ਛੱਡ ਕੇ। ਇਸ ਕਰਕੇ 3 ਪ੍ਰਿੰਟ ਨਹੀਂ ਹੋਇਆ, 3 ਪ੍ਰਿੰਟ ਨਹੀਂ ਹੋਇਆ ਦੇਖੋ। ਉਸ ਤੋਂ ਬਾਅਦ i ਦੀ ਵੈਲਿਊ 4 ਹੋ ਜਾਏਗੀ, 4 3 ਦੇ ਬਰਾਬਰ ਨਹੀਂ ਹੈ, 4 ਪ੍ਰਿੰਟ ਹੋ ਜਾਣਾ ਹੈ, 5 ਵੀ ਪ੍ਰਿੰਟ ਹੋ ਜਾਣਾ, 6 ਵੀ ਪ੍ਰਿੰਟ ਹੋ ਜਾਣਾ, ਪਰ 3 ਨਹੀਂ ਪ੍ਰਿੰਟ ਹੋਇਆ ਕਿਉਂਕਿ 3 ਵਾਰ ਨੂੰ ਜਦੋਂ 3 ਨੇ ਪ੍ਰਿੰਟ ਹੋਣਾ ਸੀ ਉਸ ਤੋਂ ਪਹਿਲਾਂ ਅਸੀਂ ਉਸਨੂੰ ਕੰਟੀਨਿਊ ਕਰਤਾ ਤਾਂ ਉਹ ਸਕਿਪ ਹੋ ਗਿਆ। ਇਹ ਸੀ ਸਾਡਾ ਲੂਪਸ ਦੇ ਬਾਰੇ ਡਿਸਕਸ਼ਨ।